TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਪਰ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਉਣਾ ਹੈ, ਆਓ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂ। ਅਮਰੀਕਾ ਵਿੱਚ ਇੱਕ ਪੰਜਾਬੀ ਵਿਅਕਤੀ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਹੋਇਆ ਜੁਰਮਾਨਾ ਅਤੇ ਸਜ਼ਾ। ਇਟਲੀ ਸਰਕਾਰ ਨੇ ਉਡਾਨਾਂ ਤੇ ਲਗਾਈ ਪਾਬੰਦੀ ਵਿੱਚ ਕਰ ਦਿੱਤਾ ਵਾਧਾ। ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਹੋਇਆ ਘਿਰਾਓ। ਕਿਸਾਨਾਂ ਨੂੰ ਬਦਨਾਮ ਕਰਨ ਲਈ ਇੱਕ ਹੋਰ ਕੋਝੀ ਸਾਜ਼ਿਸ਼ ਦਾ ਪਰਦਾ ਹੋਇਆ ਫਾਸ਼। ਕਿਸਾਨਾਂ ਨੇ ਆਜ਼ਾਦੀ ਦਿਹਾੜੇ ਤੇ ਟਰੈਕਟਰ ਮਾਰਚ ਕਰਨ ਦਾ ਕੀਤਾ ਐਲਾਨ ਅਤੇ ਦਿੱਲੀ ਅੰਦੋਲਨ ਤੋਂ ਪਰਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ ਅਤੇ ਕਈ ਹੋਰ ਖਬਰਾਂ ਵੀ ਹੈ, ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕਿ ਇਕੱਲੀ ਖਬਰ ਵੱਲ ਵਧਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗਾ। ਆਓ ਹੁਣ ਖਬਰਾਂ ਵੱਲ ਨੂੰ ਵਧਦੇ ਹਾਂ। ਸਭ ਤੋਂ ਪਹਿਲੀ ਖਬਰ ਅਮਰੀਕਾ ਵਾਲੇ ਪਾਸਿਓਂ ਹੈ। ਇੱਕ ਪੰਜਾਬੀ ਮੂਲ ਦਾ ਵਿਅਕਤੀ ਜਿਹੜਾ ਡਰਾਈਵਰੀ ਕਰਦਾ ਸੀ, ਡਰਾਈਵਰ ਸੀ, ਉਹਨੂੰ ਸਜ਼ਾ ਵੀ ਹੋ ਗਈ ਹੈ ਤੇ ਨਾਲ ਜੁਰਮਾਨਾ ਵੀ ਹੋਇਆ ਹੈ। ਪਤਾ ਲੱਗਿਆ ਕਿ ਅਮਰੀਕਾ ਦੇ ਕਾਨੂੰਨ ਵਿਭਾਗ ਦੇ ਵੱਲੋਂ ਤਫਤੀਸ਼ ਕੀਤੀ ਗਈ, ਜਾਂਚ ਕੀਤੀ ਗਈ ਤੇ ਆਖਰਕਾਰ ਸਜ਼ਾ ਸੁਣਾ ਦਿੱਤੀ ਗਈ। ਮਨੀ ਲਾਂਡਰਿੰਗ ਦਾ ਮਾਮਲਾ ਇੰਡੀਆਨਾ ਵਿੱਚ ਰਹਿਣ ਵਾਲੇ ਲਵਪ੍ਰੀਤ ਸਿੰਘ ਤੇ ਚੱਲਿਆ ਅਤੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਅਮਰੀਕਾ ਦੇ ਕਾਨੂੰਨ ਵਿਭਾਗ ਦੇ ਅਨੁਸਾਰ ਇੰਡੀਆਨਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਬੀਤੇ ਮਾਰਚ ਮਹੀਨੇ ਮਨੀ ਲਾਂਡਰਿੰਗ ਦਾ ਇੱਕ ਦੋਸ਼ ਸਵੀਕਾਰ ਕਰ ਲਿਆ ਸੀ। ਉਸਨੇ ਧੋਖਾਧੜੀ ਦੇ ਤਹਿਤ ਆਪਣੇ ਇੱਕ ਸਾਥੀ ਤੋਂ ਪੈਸਾ ਧੇਲਾ ਵੀ ਲਿਆ ਅਤੇ ਉਹਨੂੰ ਕਿਤੇ ਹੋਰ ਪਹੁੰਚਾਇਆ ਵੀ ਤੇ ਉਹ ਦੋਸ਼ ਸਵੀਕਾਰ ਵੀ ਕੀਤਾ। ਗੈਰ ਕਾਨੂੰਨੀ ਢੰਗ ਦੇ ਨਾਲ ਹਥਿਆਰ ਰੱਖਣ ਦਾ ਦੋਸ਼ ਵੀ ਉਹਨੇ ਇਹ ਸਵੀਕਾਰ ਕੀਤਾ। ਭਾਵ ਉਹਨੇ ਮਨੀ ਲਾਂਡਰਿੰਗ ਦਾ ਵੀ, ਉਹਨੇ ਕਿਸੇ ਵਿਅਕਤੀ ਤੋਂ ਪੈਸੇ ਲੈ ਕੇ ਕਿਤੇ ਹੋਰ ਪਹੁੰਚਾਉਣ ਦਾ ਵੀ ਅਤੇ ਨਾਲ ਗੈਰ ਕਾਨੂੰਨੀ ਹਥਿਆਰ ਰੱਖਣ ਦਾ, ਇਹ ਤਿੰਨੇ ਹੀ ਦੋਸ਼ ਸਵੀਕਾਰ ਕਰ ਲਏ। ਉੱਥੋਂ ਦੇ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰਨ ਵਾਲੇ ਲਵਪ੍ਰੀਤ ਸਿੰਘ ਨੂੰ ਇਹਨਾਂ ਮਾਮਲਿਆਂ ਦੇ ਵਿੱਚ 15 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕਾਲੇ ਧਨ ਨੂੰ ਸਫੈਦ ਕਰਨ ਅਤੇ ਹਥਿਆਰ ਰੱਖਣ ਦੇ ਜੁਰਮ ਦੇ ਵਿੱਚ ਉਸ ਨੂੰ $4,700 ਤੇ $10 ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਹੈ। ਇਹ ਮੈਂ ਇੱਕ ਤੁਹਾਨੂੰ ਹੋਰ ਬੇਨਤੀ ਕਰਨੀ ਚਾਹੁੰਦਾ। ਬਹੁਤ ਸਾਰੇ ਲੋਕ ਲਾਲਚਵਸ ਹੋ ਕੇ ਬਹੁਤ ਸਾਰੇ ਉਸ ਤਰ੍ਹਾਂ ਦੇ ਲੋਕਾਂ ਦੇ ਸ਼ਿਕਾਰ ਹੋ ਜਾਂਦੇ ਹੈ ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਠੱਗੀਆਂ ਮਾਰਨਾ ਹੀ ਹੈ। ਹੋ ਸਕਦਾ ਕਿ ਲਵਪ੍ਰੀਤ ਦਾ ਪਹਿਲਾ ਮਨਸ਼ਾ ਇਹ ਹੋਵੇ ਨਾ, ਪਰ ਜਿਹੜੇ ਤੁਹਾਡੇ ਲੋਕ ਆਲੇ ਦੁਆਲੇ ਤੁਹਾਨੂੰ ਮਿਲਣ ਲੱਗ ਪੈਂਦੇ ਹੈ, ਉਹ ਤੁਹਾਨੂੰ ਸਬਜ਼ ਬਾਗ ਇਹੋ ਜਿਹੇ ਦਿਖਾਉਂਦੇ ਆ, ਯਾਰ ਪਤਾ ਹੀ ਨਹੀਂ ਲੱਗਦਾ, ਤੂੰ ਤਾਂ ਇੱਕ ਬੰਦੇ ਨੂੰ ਤੈਨੂੰ ਲੰਘਾਉਣ ਵਾਸਤੇ ਕਹਿੰਦੇ ਆਓ ਤਾਂ ਫਲਾਣੇ ਤਾਂ 15 ਲੰਘਾ ਦਿੱਤੇ, 15,000 $20,000 ਇੱਕ ਦਾ, ਚੱਲ ਤੇਰੀ ਮਰਜ਼ੀ ਆ ਬਈ, ਸਾਰੀ ਉਮਰ ਚਲਾਈ ਚੱਲ ਟਰੱਕ, ਝੋਕੀ ਚੱਲ ਰਾਤਾਂ, ਉੱਲੂ ਵਾਂਗੂ ਦੇਖੀ ਜਾ ਰਾਤਾਂ ਨੂੰ। ਫਿਰ ਬੰਦਾ ਕਈ ਵਾਰੀ ਜਦੋਂ ਉਹਨੂੰ ਗਰਜ਼ ਹੁੰਦੀ ਆ, ਲੋੜ ਹੁੰਦੀ ਹੈ ਪੈਸੇ ਤੇ ਲਈ, ਸੋਚਦਾ ਚੱਲ ਯਾਰ ਇੱਕ ਵਾਰੀ ਕਰਕੇ ਵੇਖ ਲੈਂਦੇ ਹਾਂ। ਜੇ ਇੱਕ ਵਾਰੀ ਉਹਦਾ ਸੂਤ ਆ ਜੇ ਤਾਂ ਫਿਰ ਕਹਿੰਦੇ ਤਾਂ ਗੱਲ ਹੀ ਬੜੀ ਸੁਖਾਲੀ ਸੀ। ਫਿਰ ਅਸਲ ਦੇ ਵਿੱਚ ਉਹਦੇ ਮੂੰਹ ਨੂੰ ਖੂਨ ਲੱਗ ਜਾਂਦਾ। ਪਰ ਬੇਨਤੀ ਇਹ ਹੈ ਕਿ ਮਨੀ ਲਾਂਡਰਿੰਗ, ਮਨੁੱਖੀ ਸਮਗਲਿੰਗ, ਤਸਕਰੀ, ਇਹਨਾਂ ਕੰਮਾਂ ਦੇ ਨੇੜ ਦੀ ਨਾ ਲੰਘੋ। ਕਿਸੇ ਨੇ ਨਹੀਂ ਪੁੱਛਣਾ। ਪਰਿਵਾਰ ਵੀ ਰੁਲ ਜਾਂਦੇ ਨੇ, ਕਈਆਂ ਦੇ ਪਰਿਵਾਰ ਟੁੱਟ ਵੀ ਜਾਂਦੇ ਆ। ਤੇ ਅਗਲੀ ਖਬਰ ਤੁਹਾਡੇ ਨਾਲ ਬੀਤੇ ਦਿਨੀ ਖਬਰ ਸਾਂਝੀ ਕੀਤੀ ਸੀ ਕਿ ਹੁਣ ਇੰਡੀਆ ਨੇ ਵੀ 1 ਮਹੀਨੇ ਵਾਸਤੇ ਵਾਧਾ ਕਰ ਦਿੱਤਾ ਹੈ। ਹੁਣ ਇਟਲੀ ਵਾਲੇ ਪਾਸਿਓਂ ਵੀ ਖਬਰ ਇਸੇ ਤਰ੍ਹਾਂ ਦੀ ਆਈ ਹੈ। ਕੋਵਿਡ-19 ਮਹਾਮਾਰੀ ਦੁਨੀਆ ਭਰ ਦੇ ਵਿੱਚ ਤਹਿਲਕਾ ਮਚਾਇਆ, ਜ਼ਿੰਦਗੀਆਂ ਬਦਲ ਕੇ ਰੱਖ ਦਿੱਤੀਆਂ ਨੇ। ਲੋਕ ਡਾਢੇ ਦੁਖੀ ਨੇ। ਕਈਆਂ ਦੇ ਪਰਿਵਾਰਕ ਜੀ ਇਸ ਮਹਾਮਾਰੀ ਦੇ ਕਾਰਨ ਇਸ ਦੁਨੀਆ ਤੋਂ ਤੁਰ ਗਏ। ਬੜਾ ਝੰਬਿਆ ਇਸ ਮਹਾਮਾਰੀ ਨੇ। ਪਰ ਮਰੀਜ਼ਾਂ ਤੋਂ ਬਾਅਦ ਜੇਕਰ ਕਿਸ ਦਾ ਦਰਦ ਹੈ, ਉਹ ਲੋਕ ਪਰੇਸ਼ਾਨੀਆਂ ਝੱਲ ਰਹੇ ਨੇ। ਜਿਹੜੇ ਲੋਕ ਆਪਣੇ ਛੋਟੇ ਬੱਚਿਆਂ ਨੂੰ ਛੱਡ ਇਟਲੀ ਤੋਂ ਪਰਿਵਾਰ ਸਮੇਤ ਕਈ ਵਾਰੀ ਜਾਂ ਇਕੱਲੇ ਕਹਿ ਰਹੇ ਭਾਰਤ ਗਏ ਹੋਏ ਨੇ ਜਾਂ ਕਿਤੇ ਹੋਰ ਗਏ ਹੋਏ ਨੇ, ਸ਼ਾਇਦ ਉਹਨਾਂ ਨੂੰ ਉਸ ਵਕਤ ਕੋਈ ਜ਼ਰੂਰੀ ਕੰਮ ਹੋਣਾ ਹੈ, ਇੰਡੀਆ ਗਏ ਤੇ ਜਾ ਕੇ ਫਸ ਗਏ ਆ। ਇਟਲੀ ਆਉਣ ਦੇ ਵਾਸਤੇ ਇਹ ਲਗਾਤਾਰ ਵੇਖ ਰਹੇ ਨੇ ਕਿ ਕਦੋਂ ਪਾਬੰਦੀਆਂ ਖੁੱਲ੍ਹਣ, ਪਰ ਇਟਲੀ ਸਰਕਾਰ ਦੀਆਂ ਪਾਬੰਦੀਆਂ ਦੇ ਕਾਰਨ ਇਹ ਹਾਲੇ ਵੀ ਭਾਰਤ ਵਿੱਚ ਬੈਠਣ ਵਾਸਤੇ ਮਜਬੂਰ ਨੇ। ਇਟਲੀ ਸਰਕਾਰ ਜਦੋਂ ਤੋਂ ਕੋਵਿਡ-19 ਚੱਲਿਆ, ਮਹੀਨਾ ਕਰਕੇ ਇਸ ਮਿਆਦ ਦੇ ਵਿੱਚ ਵਾਧਾ ਕਰੀ ਜਾ ਰਹੀ ਹੈ।
ਤੇ ਜਿਹੜੇ ਬੈਠੇ ਆ ਇੰਡੀਆ ਦੇ ਵਿੱਚ ਉਹਨਾਂ ਵਾਸਤੇ ਮੁਸੀਬਤਾਂ ਪੈਦਾ ਹੁੰਦੀਆਂ ਨੇ। ਕਈ ਉਹ ਲੋਕ ਵੀ ਹੋਣਗੇ ਜਿਹੜੇ ਘਰ ਦੇ ਕਮਾਊ ਸੀ ਪਰ ਇੰਡੀਆ ਦੇ ਵਿੱਚ ਜਾ ਕੇ ਸਟਕ ਹੋ ਗਏ ਆ। ਇਸੇ ਤਰੀਕੇ ਨਾਲ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਵੀ ਸਾਲ 2020 ਦੇ ਮਾਰਚ ਮਹੀਨੇ ਤੋਂ ਬੰਦ ਪਈ ਹੈ ਤੇ ਮਹੀਨਾ ਕਰਕੇ ਉਹਦੇ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਤੇ ਉਮੀਦ ਹੈ ਕਿ ਜਿਹੜਾ 9 ਅਗਸਤ ਨੂੰ ਆਖਿਆ ਹੋਇਆ ਹੈ ਕਿ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਅਤੇ ਸਿਟੀਜ਼ਨ ਜਿਹੜੇ ਨਾਗਰਿਕ ਨੇ ਉਹ ਕੈਨੇਡਾ ਵਿੱਚ ਦਾਖਲ ਹੋ ਸਕਦੇ ਨੇ, ਪਰ ਹੋ ਸਕਦਾ ਕਿ ਇਹਦੇ 'ਚ ਆਉਣ ਵਾਲੇ ਦਿਨਾਂ ਵਿੱਚ ਕੋਈ ਫੇਰਬਦਲ ਹੋ ਜਾਏ। ਫਰਵਰੀ ਮਹੀਨੇ ਤੋਂ ਬਾਅਦ ਕੱਲ੍ਹ ਸਭ ਤੋਂ ਵੱਡਾ ਇਜ਼ਾਫਾ ਦਰਜ ਕੀਤਾ ਗਿਆ। ਕੋਵਿਡ-19 ਦੇ ਕੇਸਾਂ ਨੇ ਇੱਕ ਵਾਰੀ ਫਿਰ ਅਮਰੀਕਾ 'ਚ ਤਹਿਲਕਾ ਮਚਾ ਦਿੱਤਾ। 1 ਲੱਖ ਤੋਂ ਵੱਧ ਕੇਸ ਦੁਬਾਰਾ ਦਰਜ ਕੀਤੇ ਗਏ ਨੇ ਤੇ ਫਰਵਰੀ ਮਹੀਨੇ ਤੋਂ ਬਾਅਦ ਇੰਨੀ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਏ ਨੇ। ਇਕੱਲੇ ਅਮਰੀਕਾ ਜਾਂ ਇਟਲੀ ਵਿੱਚ ਨਹੀਂ, ਹੋਰਨਾਂ ਵੀ ਬਹੁਤ ਸਾਰੇ ਮੁਲਕਾਂ ਤੋਂ ਨਵਾਂ ਵੇਰੀਐਂਟ ਜਿਹੜਾ ਡੈਲਟਾ ਵੇਰੀਐਂਟ ਹੈ ਉਹਨੇ ਇੱਕ ਵਾਰੀ ਸਰਕਾਰਾਂ ਨੂੰ, ਸਿਹਤ ਮਾਹਿਰਾਂ ਨੂੰ ਸੋਚਾਂ ਵਿੱਚ ਪਾ ਕੇ ਰੱਖ ਦਿੱਤਾ ਹੈ। ਇਟਲੀ ਸਰਕਾਰ ਨੇ ਇਟਲੀ ਨੂੰ ਕੋਵਿਡ-19 ਮੁਕਤ ਕਰਨ ਦੇ ਵਾਸਤੇ ਹਰ ਉਹ ਰਸਤਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਹੈ ਜਿੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਕੋਵਿਡ-19 ਦਾ ਨਵਾਂ ਵੇਰੀਐਂਟ ਉਹਨਾਂ ਦੇ ਮੁਲਕ ਵਿੱਚ ਆ ਸਕਦਾ ਹੈ। ਤੇ ਉਹਨਾਂ ਦੀ ਇਹ ਸਖਤੀ ਦੇ ਕਾਰਨ ਹਜ਼ਾਰਾਂ ਲੋਕ ਨੇ ਜਿਨ੍ਹਾਂ ਦਾ ਭਵਿੱਖ ਦਿਨੋਂ ਦਿਨ ਧੁੰਦਲਾ ਨਜ਼ਰ ਉਹਨਾਂ ਨੂੰ ਆ ਰਿਹਾ ਹੈ, ਕਿਉਂਕਿ ਇਟਲੀ ਸਰਕਾਰ ਨੇ ਪਹਿਲਾਂ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼ ਇਹਨਾਂ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਇਟਲੀ ਆਮਦ ਲਈ ਸਿਰਫ ਮਈ ਮਹੀਨੇ 'ਚ ਪਾਬੰਦੀ ਲਾਈ ਸੀ ਅਤੇ ਉਹਨੂੰ ਇੱਕ ਮਹੀਨਾ ਕਰਕੇ ਹੁਣ ਵਧਾਇਆ ਜਾ ਰਿਹਾ ਹੈ। ਜੂਨ ਤੋਂ 30 ਜੁਲਾਈ ਕਰ ਦਿੱਤੀ ਸੀ। ਲੱਗਦਾ ਸੀ ਕਿ 30 ਜੁਲਾਈ ਜੋ ਕੱਲ੍ਹ ਲੰਘੀ ਹੈ ਕਿ ਸ਼ਾਇਦ ਹੁਣ ਸਭ ਕੁਝ ਆਮ ਵਰਗਾ ਹੋ ਜਾਏਗਾ, ਉਡੀਕ ਵਿੱਚ ਸੀ। ਬੀਤੇ ਹਫ਼ਤੇ ਤੋਂ ਉਤਸੁਕਤਾ ਕਾਫੀ ਵਧੀ ਹੋਈ ਸੀ, ਪਰ ਹੁਣ ਉੱਥੋਂ ਦੀ ਸਰਕਾਰ ਨੇ ਇੰਡੀਆ, ਸ਼੍ਰੀਲੰਕਾ, ਬੰਗਲਾਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੇ ਵਾਸਤੇ ਇਸ ਪਾਬੰਦੀ ਦੀ ਮਿਆਦ ਦੇ ਵਿੱਚ 1 ਮਹੀਨੇ ਤੱਕ ਭਾਵ 30 ਅਗਸਤ 2021 ਤੱਕ ਵਾਧਾ ਕਰ ਦਿੱਤਾ ਹੈ। ਇਹਨਾਂ ਮੁਲਕਾਂ ਤੋਂ ਹਾਲ ਦੀ ਘੜੀ ਲੋਕ ਇਟਲੀ ਨਹੀਂ ਜਾ ਸਕਣਗੇ। ਅਗਲੀ ਖਬਰ ਹੈ, ਇਹ ਕਿਸਾਨੀ ਅੰਦੋਲਨ ਦੇ ਵਿੱਚੋਂ ਨਿਕਲੀਆਂ ਹੋਈਆਂ ਸਾਰੀਆਂ ਖਬਰਾਂ ਨੇ। ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਹੁੰਦਾ ਜਾ ਰਿਹਾ ਤੇ ਇਹ ਮੁੱਦਾ ਲਗਾਤਾਰ ਗਰਮਾਉਂਦਾ ਵੀ ਜਾ ਰਿਹਾ ਹੈ। ਹੁਣ ਖਬਰ ਮਿਲ ਰਹੀ ਹੈ ਕਿ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ, ਜਿਹੜੇ ਪੰਜਾਬ ਦੇ ਸਾਬਕਾ ਕੈਬਨਿਟ ਵਜ਼ੀਰ ਵੀ ਨੇ, ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖੋ-ਵੱਖ ਪਿੰਡਾਂ 'ਚ ਕੀਤੇ ਜਾ ਰਹੇ ਦੌਰਿਆਂ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਹੁੰਦਾ ਜਾ ਰਿਹਾ ਤੇ ਇਹ ਮੁੱਦਾ ਗਰਮਾਉਂਦਾ ਹੀ ਜਾ ਰਿਹਾ ਹੈ। ਖਬਰ ਮਿਲ ਰਹੀ ਹੈ ਕਿ ਪਿੰਡ ਰਾਮਪੁਰ ਝੱਜਰ ਦੇ ਵਿੱਚ ਜ਼ਬਰਦਸਤ ਵਿਰੋਧ ਹੋਇਆ, ਘਿਰਾਓ ਹੋਇਆ। ਉਹਦੇ ਤੋਂ ਬਾਅਦ ਜ਼ਿਲ੍ਹਾ ਰੂਪਨਗਰ ਦੇ ਐਸਪੀ ਅਜਿੰਦਰ ਸਿੰਘ ਦੀ ਅਗਵਾਈ ਦੇ ਹੇਠ ਭਾਰੀ ਪੁਲਿਸ ਵੀ ਪਹੁੰਚੀ, ਫੋਰਸ ਪਹੁੰਚੀ, ਜਿੱਥੇ ਮਦਨ ਮੋਹਨ ਮਿੱਤਲ ਅਤੇ ਉਹਨਾਂ ਦੇ ਬੇਟੇ ਐਡਵੋਕੇਟ ਅਰਵਿੰਦਰ ਮਿੱਤਲ ਸਮੇਤ ਭਾਜਪਾ ਵਰਕਰਾਂ ਨੂੰ ਸਖਤ ਸੁਰੱਖਿਆ ਘੇਰੇ ਦੇ ਵਿੱਚ ਉੱਥੋਂ ਬਾਹਰ ਕੱਢਣਾ ਪਿਆ। ਪਤਾ ਲੱਗਿਆ ਕਿ ਮਿੱਤਲ ਦਾ ਕਾਫਲਾ ਜਦੋਂ ਉੱਥੋਂ ਤੁਰ ਰਿਹਾ ਸੀ, ਇੱਕ ਕਿਸਾਨ ਦਾ ਪੈਰ ਵੀ ਮਿੱਤਲ ਦੀ ਗੱਡੀ ਦੇ ਹੇਠ ਆ ਗਿਆ, ਜਦਕਿ ਦੂਸਰੇ ਪਾਸੇ ਮਿੱਤਲ ਨੇ ਇਹਨਾਂ ਸਾਰੇ ਲੋਕਾਂ ਨੂੰ ਜਿਹੜੇ ਉੱਥੇ ਇਹਨਾਂ ਦਾ ਜ਼ਬਰਦਸਤ ਵਿਰੋਧ ਕਰ ਰਹੇ ਸੀ ਉਹ ਆਖਿਆ ਕਿ ਕਿਸਾਨ ਨਹੀਂ, ਇਹ ਕਾਂਗਰਸ ਤੇ ਇਹ ਆਮ ਆਦਮੀ ਦੇ ਪਾਰਟੀ ਵੱਲੋਂ ਭੇਜੇ ਹੋਏ ਕੁਝ ਕਾਰਕੁਨ ਸਨ। ਜਾਂ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਇਹਨਾਂ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਤੋਂ ਸ਼ਰਾਬ ਲਿਆ ਕੇ ਵੇਚਣ ਵਾਲੇ ਅਤੇ ਗੈਰ ਕਾਨੂੰਨੀ ਜਿਹੜੇ ਮਾਫੀਏ ਵਾਲੇ ਨੇ, ਇਹ ਉਹ ਲੋਕ ਨੇ। ਦੱਸਣਾ ਬਣਦਾ ਕਿ ਕਿਸਾਨਾਂ ਨੇ ਮਿੱਤਲ ਦੇ ਪ੍ਰੋਗਰਾਮ ਨੂੰ ਰੋਕਣ ਦੇ ਵਾਸਤੇ ਮੁਕੰਮਲ ਤੌਰ ਤੇ 4 ਚੁਫੇਰੇ ਨਾਕਾਬੰਦੀ ਕੀਤੀ ਹੋਈ ਸੀ। ਦੁਪਹਿਰ ਤੱਕ ਦੋਵੇਂ ਧਿਰਾਂ ਦੇ ਦਰਮਿਆਨ ਲੁਕਣ ਮੀਟੀ ਦੀ ਖੇਡ ਚੱਲਦੀ ਰਹੀ। ਸਾਰਾ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਸ਼ਾਮ ਹੁੰਦਿਆਂ ਜਦੋਂ ਮਿੱਤਲੇ ਸਰਹੱਦੀ ਪਿੰਡ ਰਾਮਪੁਰ ਝੱਜਰ ਦੇ ਵਿੱਚ ਪਹੁੰਚਦੇ ਆ, ਆਪਣੇ ਸਮਰਥਕਾਂ ਸਮੇਤ ਪਹੁੰਚਦੇ ਆ, ਤਾਂ ਕਿਸਾਨਾਂ ਨੇ ਜਿਹੜੇ ਘਰ ਦੇ ਵਿੱਚ ਗਏ ਹੋਏ ਸੀ ਉਹ ਘਰ ਘੇਰ ਲਿਆ, ਬਾਹਰ ਬੈਠ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਤਣਾਅਪੂਰਨ ਹੋ ਗਏ, ਬੇਕਾਬੂ ਹੋ ਗਏ, ਜਿਸ ਕਾਰਨ ਸਖਤ ਸੁਰੱਖਿਆ ਦਾ ਪਹਿਰਾ ਲਾਇਆ ਗਿਆ। ਮਿੱਤਲ ਅਤੇ ਉਹਨਾਂ ਦੇ ਬੇਟੇ ਨੂੰ ਤੇ ਬਾਕੀ ਭਾਜਪਾਈਆਂ ਨੂੰ ਉੱਥੋਂ ਕੱਢਣਾ ਜਦੋਂ ਪੁਲਿਸ ਨੇ ਚਾਹਿਆ ਤਾਂ ਕਿਸਾਨ ਇਹਨਾਂ ਦੀਆਂ ਗੱਡੀਆਂ ਦੇ ਅੱਗੇ ਲੰਬੇ ਪੈ ਗਏ ਕਿ ਸਾਡੇ ਉੱਤੋਂ ਦੀ ਕੱਢੋ ਗੱਡੀਆਂ। ਮਿੱਤਲ ਦੇ ਕਾਫਲੇ ਹੇਠ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਕਿਸਾਨ ਦਾ ਪੈਰ ਵੀ ਆਇਆ। ਕਿਸਾਨਾਂ ਦਾ ਰੋਹ ਦਰਅਸਲ ਰੋਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪੁਲਿਸ ਨੂੰ ਸਖਤੀ ਵੀ ਕਰਨੀ ਪਈ, ਹਲਕੇ ਬਲ ਦਾ ਪ੍ਰਯੋਗ ਵੀ ਕੀਤਾ। ਇਹ ਵੀ ਪਤਾ ਲੱਗਿਆ ਕਿ ਪੁਲਿਸ ਨੂੰ ਇੱਥੋਂ ਤੱਕ ਇਹ ਸਖਤੀ ਕਰਨੀ ਪਈ, ਜਿਹੜੇ ਰਸਤੇ ਦੇ ਵਿੱਚ ਕਿਸਾਨ ਗੱਡੀਆਂ ਦੇ ਸਾਹਮਣੇ ਬੈਠੇ ਸੀ, ਲਿਟੇ ਪਏ ਸੀ, ਉਹਨਾਂ ਨੂੰ ਚੁੱਕ ਕੇ ਵਗਾ ਕੇ ਖੇਤਾਂ ਵੱਲ ਮਾਰਿਆ। ਪਰ ਪੁਲਿਸ ਕਹਿੰਦੀ ਹੈ ਕਿ ਅਸੀਂ ਆਪਣੀ ਬਲ ਦਾ ਪ੍ਰਯੋਗ ਨਹੀਂ ਕੀਤਾ। ਪਰ ਇੱਕ ਗੱਲ ਮੰਨਣੀ ਪਊ ਕਿ ਕੱਢਣ ਦੇ ਵਾਸਤੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਭਾਜਪਾਈਆਂ ਨੂੰ, ਪੁਲਿਸ ਨੂੰ ਮੁਸ਼ੱਕਤ ਕਰਨੀ ਪਈ। ਪਰ ਮਦਨ ਮੋਹਨ ਮਿੱਤਲ ਤੋਂ ਜਦੋਂ ਪੁੱਛਿਆ ਕਿ ਭਾਈ ਜਦੋਂ ਤੁਹਾਡਾ ਵਿਰੋਧ ਹੋ ਰਿਹਾ ਹੈ, ਤੁਹਾਨੂੰ ਇਹ ਘਰਾਂ ਚੋਂ ਨਿਕਲ ਨਹੀਂ ਦੇ ਰਹੇ ਤਾਂ ਤੁਸੀਂ ਆਉਂਦੇ ਕਿਉਂ? ਉਹ ਕਹਿੰਦੇ ਕਿਸਾਨ ਤਾਂ ਸਾਡਾ ਵਿਰੋਧ ਹੀ ਨਹੀਂ ਕਰ ਰਹੇ, ਇਹ ਕਾਂਗਰਸੀ ਹੈ,
ਇਹ ਆਮ ਆਦਮੀ ਪਾਰਟੀ ਵੱਲੋਂ ਭੇजे ਹੋਏ ਲੋਕ ਨੇ, ਇਹ ਹਿਮਾਚਲ ਪ੍ਰਦੇਸ਼ ਤੋਂ ਸ਼ਰਾਬ ਲਿਆ ਕੇ ਵੇਚਣ ਵਾਲੇ ਲੋਕ ਨੇ, ਇਹ ਗੈਰ ਕਾਨੂੰਨੀ ਖਨਨ ਦੇ ਵਿੱਚ ਜਿਹੜੇ ਕੰਮ ਕਰਨ ਵਾਲਾ ਮਾਫੀਆ ਉਹ ਲੋਕ ਨੇ। ਸੀ ਕਿਸਾਨ ਹੋਣ ਕਹਿੰਦੇ ਕਿਸਾਨ ਤਾਂ ਸਾਡਾ ਵਿਰੋਧ ਨਹੀਂ ਕਰਦੇ। ਹੁਣ ਮੈਂ ਤੁਹਾਨੂੰ ਪੁੱਛ ਲੈਣਾ ਭਾਈ, ਸਾਰੇ ਕਿਸਾਨਾਂ ਦੀ ਇਸ ਵਕਤ ਨੁਮਾਇੰਦਗੀ ਕਰਨ ਵਾਲਾ ਮੋਰਚਾ ਜਾਂ ਜਥੇਬੰਦੀ ਆਖਾਂ ਉਹ ਸੰਯੁਕਤ ਕਿਸਾਨ ਮੋਰਚਾ ਹੈ। ਕੀ ਸੰਯੁਕਤ ਕਿਸਾਨ ਮੋਰਚਾ ਦਾ ਇਹਨਾਂ ਤੱਕ ਸੁਨੇਹਾ ਪਹੁੰਚਿਆ ਨਹੀਂ ਜਾਂ ਉਹਨਾਂ ਨੇ ਐਲਾਨ ਨਹੀਂ ਕੀਤਾ ਹੋਇਆ ਕਿ ਭਾਈ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ ਦੇ ਸਹਿਯੋਗੀਆਂ ਦਾ ਤਾਂ ਵਿਰੋਧ ਹੋਊਗਾ? ਪਰ ਮਿੱਤਲ ਸਾਹਿਬ ਕਹਿੰਦੇ ਕਿਸਾਨ ਸਾਡਾ ਵਿਰੋਧ ਹੀ ਨਹੀਂ ਕਰਦੇ। ਉਹ ਉੱਥੇ ਭਾਰਤ ਮਾਤਾ ਦੀ ਹੈ, ਵੰਦੇ ਮਾਤਰਮ ਅਤੇ ਬੋਲੇ ਸੋ ਨਿਹਾਲ ਦੇ ਜਕਾਰੇ ਲਾਉਂਦੇ ਉੱਥੋਂ ਦੇ ਲੰਘ ਗਏ ਤੇ ਇੱਥੋਂ ਤੱਕ ਆਖਦੇ ਹੈ ਕਿ ਇਹ 2 ਨੰਬਰ ਦੇ ਧੰਦੇ ਵਾਲੇ ਬੰਦੇ ਨੇ, ਇਹ ਕਾਂਗਰਸੀਆਂ ਵੱਲੋਂ 2 ਨੰਬਰ ਦਾ ਪੈਸਾ ਲਾ ਕੇ ਭੇਜੇ ਹੋਏ ਬੰਦੇ ਨੇ। ਹੁਣ ਭਾਵੇਂ ਕੁਛ ਕਹੀ ਚਲੋ, ਇਹਨਾਂ ਨੂੰ 2 ਨੰਬਰ ਦੇ ਕਹੀ ਚਲੋ, ਕਾਂਗਰਸੀ ਕਹੀ ਚਲੋ, ਆਮ ਆਦਮੀ ਪਾਰਟੀ ਵਾਲੇ ਕਹੀ ਚਲੋ, ਇਹ ਕਹਿ ਦਿਓ ਕਿ ਭਾਵੇਂ ਇਹ ਕਿਸਾਨ ਨਹੀਂ, ਪਰ ਦਰਅਸਲ ਸਥਿਤੀ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਹੁਣ ਆਗੂਆਂ ਦਾ ਥਾਂ ਥਾਂ ਤੇ ਵਿਰੋਧ ਹੋ ਰਿਹਾ ਹੈ ਤੇ ਪੁਲਿਸ ਨੂੰ ਕਈ ਵਾਰੀ ਸਖਤੀ ਵੀ ਵਰਤਣੀ ਪੈਂਦੀ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਨਵੇਂ ਪ੍ਰਧਾਨ ਬਣੇ ਨੇ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋਇਆ ਸੀ। ਕਿਤੇ ਕਿਤੇ ਅਕਾਲੀਆਂ ਦਾ ਵੀ ਹੁੰਦਾ, ਆਮ ਆਦਮੀ ਪਾਰਟੀ ਦਾ ਵੀ ਹੁੰਦਾ। ਜੇ ਤਾਂ ਕੋਈ ਇਹ ਕਵੇ ਕਿ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ, ਇਹ ਤਾਂ ਗੱਲ ਸਰਾਸਰ ਝੂਠ ਹੈ, ਕਿਉਂਕਿ ਇਹ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਵੀ ਆਖਿਆ ਹੋਇਆ। ਤੇ ਹੁਣ ਇਹਦੇ ਨਾਲ ਹੀ ਮਿਲਦੀ ਅਗਲੀ ਖਬਰ ਹੈ, ਸਮੇਂ-ਸਮੇਂ ਤੇ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੁਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਉਹਨਾਂ ਵਿੱਚ ਕੁਝ ਸਿਆਸੀ ਧਿਰਾਂ ਵੀ ਨੇ, ਉਹਨਾਂ ਵਿੱਚ ਸੱਤਾਧਾਰੀ ਲੋਕ ਵੀ ਨੇ, ਉਹਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਮੀਡੀਆ ਵੀ ਹੈ। ਪਰ ਇਸ ਕਿਸਾਨੀ ਮਹਾ ਸੰਘਰਸ਼ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਚੱਲਦਿਆਂ 8 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਇਸ ਸੰਘਰਸ਼ ਨੂੰ ਬਦਨਾਮ ਕਰਨ ਦੇ ਵਾਸਤੇ ਵੱਖੋ-ਵੱਖ ਫਿਕਰੇ ਵਰਤੇ ਜਾਂਦੇ ਆ, ਵੱਖੋ-ਵੱਖ ਨਾਮ ਦਿੱਤੇ ਜਾਂਦੇ ਆ। ਕਦੇ ਕੋਈ ਅੰਦੋਲਨ ਜੀਵੀ ਕਹਿੰਦਾ ਹੈ, ਕਦੇ ਕੋਈ ਮਾਓਵਾਦੀ ਕਹਿੰਦਾ ਹੈ, ਕਦੇ ਕੋਈ ਖਾਲਿਸਤਾਨੀ ਕਹਿੰਦਾ ਹੈ, ਕਦੇ ਕੋਈ ਟੁਕੜੇ ਗੈਂਗ ਕਹਿੰਦਾ ਹੈ। ਤੇ ਇੱਕ ਖਾਸ ਕਿਸਮ ਦਾ ਮੀਡੀਆ ਜਿਹਨੂੰ ਤੁਹਾਨੂੰ ਵੀ ਪਤਾ ਹੋ ਕਿ ਤੁਸੀਂ ਕਿਹੜਾ ਮੀਡੀਆ ਕਹਿ ਕੇ ਬੁਲਾਉਂਦੇ ਹੋ, ਗੋਦੀ ਮੀਡੀਆ, ਕਿ ਕਿਸੇ ਦੀ ਗੋਦੀ ਚੜਿਆ ਹੋਇਆ, ਕਨੇਡੇ ਚੜਿਆ ਹੋਇਆ। ਉਸੇ ਤਰ੍ਹਾਂ ਦਾ ਇੱਕ ਚੈਨਲ ਹੈ, ਉਹਨੇ ਤਾਂ ਹੁਣ ਹੱਦ ਹੀ ਕਰ ਦਿੱਤੀ। ਕਿਸਾਨਾਂ ਨੂੰ ਕਹਿੰਦੇ ਆਜ਼ਾਸ਼ ਜੀਵੀ ਨੇ, ਆਜ਼ਾਸ਼ੀ ਕਰਦੇ ਆ ਉੱਥੇ ਬੈਠ ਕੇ ਇਹ। ਪਰ ਉਹਨਾਂ ਦੇ ਕੋਲ ਕਿਸਾਨਾਂ ਦੀ ਇਸ ਤਰ੍ਹਾਂ ਦੀ ਕੋਈ ਵੀਡੀਓ ਜਾਂ ਵੀਡੀਓ ਫੋਟੋਜ਼ ਮੌਜੂਦ ਨਹੀਂ ਸੀ। ਉਹ ਕੋਈ ਸਾਬਤ ਨਹੀਂ ਕਰ ਸਕੇ ਜਾਂ ਉਹਨਾਂ ਕੋਲ ਕੋਈ ਸਬੂਤ ਨਹੀਂ ਸੀ, ਜਿੱਥੋਂ ਇਹ ਪਤਾ ਲੱਗਦਾ ਹੈ ਕਿ ਉਸ ਚੈਨਲ ਨੇ ਸਿਰਫ ਤੇ ਸਿਰਫ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੇ ਵਾਸਤੇ ਇਹ ਇੱਕ ਯੋਜਨਾ ਘੜੀ ਸੀ। ਪਰ ਝੂਠ ਦਾ ਪੁਲੰਦਾ ਸੀ, ਸਾਫ਼ ਹੋ ਗਿਆ। ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਨੇ ਵੀ ਕਾਰਪੋਰੇਟ ਮੀਡੀਆ ਅਤੇ ਭਾਜਪਾ ਸਰਕਾਰ ਦੀਆਂ ਆਖਿਆ ਕਿ ਜਿਹੜੀਆਂ ਕੋਸ਼ਿਸ਼ਾਂ ਨੇ ਇਹ ਅੰਦੋਲਨ ਤੇ ਇੱਕ ਹੋਰ ਵੱਡਾ ਹਮਲਾ ਹੈ, ਅਤੇ ਨਾਲ ਹੀ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਇਹਨਾਂ ਸਾਰੀਆਂ ਲੂੰਬੜ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਹਨਾਂ ਹਮਲਿਆਂ ਨਾਲੋਂ ਕਹਿੰਦੇ ਅੰਦੋਲਨ ਕਮਜ਼ੋਰ ਨਹੀਂ ਹੁੰਦਾ, ਸਗੋਂ ਮਜ਼ਬੂਤ ਹੁੰਦਾ ਹੈ। ਉਹ ਕਹਿੰਦੇ ਭਾਜਪਾ RSS ਦੇ ਨਾਲ ਜੁੜੀਆਂ ਕਿਸਾਨ ਵਿਰੋਧੀ ਸ਼ਕਤੀਆਂ ਨੇ ਆ ਜਿਹੜਾ ਵਿਰੋਧ ਕੀਤਾ ਜਾਂ ਜਿਹੜਾ ਵਿਰੋਧ ਕਰਨ ਦਾ ਉਹਨਾਂ ਦਾ ਤਰੀਕਾ ਹੈ, ਸਾਡੇ ਉੱਤੇ ਕਈ ਤਰ੍ਹਾਂ ਦੇ ਸਮੇਂ-ਸਮੇਂ ਤੇ ਲੇਬਲ ਲਗਾਉਣ ਦੀਆਂ ਜਿਹੜੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਨੇ। ਕਦੇ ਸਾਨੂੰ ਵੱਖਵਾਦੀ ਕਹਿ ਦਿੰਦੇ ਨੇ, ਕਦੇ ਕਹਿੰਦੇ ਨੇ ਇਹਨਾਂ ਨੂੰ ਤਾਂ ਝੰਡੇ ਦਾ ਸਨਮਾਨ ਨਹੀਂ ਕਰਨਾ ਆਉਂਦਾ, ਕਦੇ ਕਹਿ ਦਿੰਦੇ ਨੇ ਕਿ ਵਿਰੋਧੀ ਰਾਜਨੀਤਿਕ ਪਾਰਟੀਆਂ ਦੁਆਰਾ ਪੈਸਾ ਧੇਲਾ ਦੇ ਕੇ ਉੱਥੇ ਬਿਠਾਏ ਹੋਏ ਨੇ, ਕਦੇ ਕੰਗਣਾ ਰਣੌਤ ਕਹਿ ਦਿੰਦੀ ਹੈ ਕਿ ਇਹ ਤਾਂ ਦਿਹਾੜੀ ਤੇ ਲਿਆਂਦੀਆਂ ਔਰਤਾਂ ਨੇ। ਆ ਹੁਣ ਪਹਿਲੀ ਖਬਰ ਵੀ ਇਸੇ ਤਰ੍ਹਾਂ ਦੀ ਸੀ ਕਿ ਮਿੱਤਲ ਸਾਹਿਬ ਕਹਿੰਦੇ ਹੈ ਕਿ ਇਹ ਜਾਂ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਵਾਲਿਆਂ ਦੇ ਭੇਜੇ ਹੋਏ ਨੇ, ਜਾਂ ਫਿਰ ਇਹ ਭਾਈ ਜਿਹੜੇ ਗੈਰ ਕਾਨੂੰਨੀ ਧੰਦੇ 'ਚ ਲਿਪਤ ਲੋਕ ਨੇ ਉਹ ਨੇ। ਅਸਲ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਇਹਦੇ ਤੋਂ ਬਾਅਦ ਇਹ ਕਰ ਕੀ ਸਕਦੇ ਆ। ਇੱਥੋਂ ਪਤਾ ਲੱਗਦਾ ਹੈ ਕਿ ਇਹ ਸਾਡੇ ਸਾਹਮਣੇ ਡਰੀ ਹੋਈ ਹੈ। ਉਹ ਕਹਿੰਦੇ ਪ੍ਰਦਰਸ਼ਨਕਾਰੀ ਅਤੇ ਸਮਾਜ ਵਿਰੋਧੀ ਅਨਸਰ ਸਾਨੂੰ ਕਦੇ ਐਲਾਨ ਦਿੰਦੇ ਨੇ, ਕਦੇ ਕਹਿ ਦਿੰਦੇ ਨੇ ਕਿ ਇਹ ਲੋਕ ਦੇਸ਼ ਧਰੋਹੀ ਨੇ, ਕਦੇ ਦੇਸ਼ ਵਿਰੋਧੀ ਨੇ, ਪਰ ਕਹਿੰਦੇ ਲੋਕਾਂ ਦੇ ਦਿਲਾਂ 'ਚ ਸਤਿਕਾਰ ਹੈ, ਉਹਨਾਂ ਨੂੰ ਪਤਾ ਕਿ ਇਹ ਅੰਨਦਾਤਾ ਨੇ। ਮੋਰਚੇ ਨੇ ਦਾਅਵਾ ਕੀਤਾ ਹੈ ਕਿ ਆਪਣੇ ਬੁਨਿਆਦੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਾਂ। ਸੰਘਰਸ਼ ਕਰ ਰਹੇ ਲੱਖਾਂ ਮਿਹਨਤੀ ਅਤੇ ਸ਼ਾਂਤੀਪੂਰਨ ਕਿਸਾਨ ਨੇ। ਇਹਨਾਂ ਦੀ ਸੱਚਾਈ ਨੂੰ ਇਹਨਾਂ ਘਿਨਾਉਣੇ ਯਤਨਾਂ ਦੇ ਨਾਲ ਦੂਰ ਨਹੀਂ ਕੀਤਾ ਜਾ ਸਕਦਾ, ਲੋਕਾਂ ਦੇ ਦਿਲਾਂ 'ਚੋਂ ਕੱਢਿਆ ਨਹੀਂ ਜਾ ਸਕਦਾ। ਇਹ ਅੰਦੋਲਨ ਕਿਸਾਨਾਂ ਦਾ, ਕਿਸਾਨਾਂ ਦੇ ਸੱਚ ਤੇ ਆਧਾਰਿਤ ਹੈ ਅਤੇ ਅੰਦੋਲਨ ਸੰਘਰਸ਼ ਨੂੰ ਜਿੱਤੇਗਾ। ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਆਖਿਆ ਕਿ ਇਹ ਸਿਰਫ ਕਿਸਾਨ ਵਿਰੋਧੀ ਤਾਕਤਾਂ ਦਾ ਡਰ ਹੈ, ਉਹਨਾਂ ਦੀ ਕਮਜ਼ੋਰੀ ਹੈ, ਇਹ ਨਿੰਦਣਯੋਗ ਹੈ, ਜੋ ਕਿ ਸਾਡੇ ਮੋਰਚੇ ਨੂੰ, ਸਾਡੇ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ। ਮੋਰਚੇ ਨੇ ਕੁਝ ਕੁ ਦਿਨ ਪਹਿਲਾਂ ਭਾਜਪਾ ਦੀ UP ਇਕਾਈ ਦੁਆਰਾ ਪ੍ਰਕਾਸ਼ਿਤ ਕੀਤੇ ਸੋਸ਼ਲ ਮੀਡੀਆ ਕਾਰਟੂਨ ਦਾ ਵੀ ਸਖਤ ਨੋਟਿਸ ਲਿਆ।
ਉਹਨਾਂ ਕਿਹਾ ਕਿ ਕਿਸਾਨ ਵਿਰੋਧੀ ਭਾਵਨਾ ਜੋ ਕਿ ਭਾਰਤੀ ਜਨਤਾ ਪਾਰਟੀ ਦੀ ਜੜ ਹੈ, ਸੋਸ਼ਲ ਮੀਡੀਆ ਕਾਰਟੂਨ ਪੋਸਟ ਦੇ ਰੂਪ ਵਿੱਚ ਇੱਕ ਵਾਰ ਫਿਰ ਤੋਂ ਉੱਭਰ ਕੇ ਲੋਕਾਂ ਦੇ ਸਾਹਮਣੇ ਆਈ ਹੈ। ਤੁਸੀਂ ਦੇਖੋ, ਕਹਿੰਦੇ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਉੱਥੋਂ ਦੇ ਮੁੱਖ ਮੰਤਰੀ ਚੁੱਪ ਕੀਤੇ ਬੈਠੇ ਹੈ। ਉਹ ਕਹਿੰਦੇ ਇਹ ਜਾਣਬੁੱਝ ਕੇ ਸਾਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਨੇ, ਪਰ ਅਸੀਂ ਸ਼ਾਂਤੀਪੂਰਵਕ ਸੀ ਹਾਂ ਤੇ ਰਹਾਂਗੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੈਰਾਨੀਜਨਕ ਅਤੇ ਨਿੰਦਣਯੋਗ ਹੈ ਕਿ ਸਰਕਾਰ ਇਹ ਸਭ ਕੁਝ ਵੇਖ ਰਹੀ ਹੈ ਤੇ ਚੁੱਪ ਕਰਕੇ ਬੈਠੀ ਹੈ। ਇਹਨਾਂ ਚੀਜ਼ਾਂ ਦਾ ਕਹਿੰਦੇ ਅਸੀਂ ਸਖਤ ਨੋਟਿਸ ਲੈਂਦੇ ਹਾਂ। ਇਹ ਨਾ ਸੋਚੇ ਕੋਈ ਕਿ ਮੁੱਖ ਮੰਤਰੀ ਚੁੱਪ ਹੈ, ਉਹਦੀਆਂ ਅੱਖਾਂ ਦੇ ਸਾਹਮਣੇ ਕੁਝ ਹੋ ਰਿਹਾ ਕਿ ਅਸੀਂ ਨੋਟ ਨਹੀਂ ਕਰ ਰਹੇ, ਪ੍ਰਧਾਨ ਮੰਤਰੀ ਚੁੱਪ ਹੈ, ਅਸੀਂ ਨੋਟ ਨਹੀਂ ਕਰ ਰਹੇ। ਉਹ ਕਹਿੰਦੇ ਜਿਹੜੀਆਂ ਅਨੈਤਿਕ ਗੱਲਾਂ ਹੋ ਰਹੀਆਂ ਨੇ, ਹਿੰਸਕ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਇਹ ਇੱਕ ਮਜ਼ਬੂਤ ਲੋਕ ਲਹਿਰ ਦੇ ਸਾਹਮਣੇ ਭਾਜਪਾ ਦੀ ਸ਼ਕਤੀਹੀਣਤਾ ਦੀ ਨਿਸ਼ਾਨੀ ਹੈ। ਉਹ ਕਹਿੰਦੇ ਕਿਸਾਨ ਮੋਰਚਾ ਨੇ ਸਮੇਂ-ਸਮੇਂ ਤੇ ਨੋਟ ਕੀਤਾ ਕਿ ਕਿਹੜਾ ਸਾਡੇ ਨਾਲ ਹੈ ਤੇ ਕਿਹੜਾ ਸਾਡੇ ਵਿਰੋਧ ਵਿੱਚ ਹੈ। ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਸੀ, ਬੜੇ ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ ਮਨਾਇਆ ਗਿਆ। ਸਾਮਰਾਜ ਵਿਰੋਧੀ ਦਿਵਸ ਦੇ ਰੂਪ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਮਨਾਇਆ ਗਿਆ ਹੈ। ਮੋਰਚੇ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਤਿੰਨੇ ਹੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇੱਕ ਮਤਾ ਪਾਸ ਕਰ ਦਿੱਤਾ ਹੈ ਅਤੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ ਕਿ ਉਹ ਕਈ ਮਹੀਨਿਆਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਵੀ ਹੁਣ ਤੱਕ ਕਿਸਾਨਾਂ ਦੀ ਮੰਗ ਦੇ ਨਾਲ ਸਹਿਮਤ ਕਿਉਂ ਨਹੀਂ ਹੋਏ। ਉਹਨਾਂ ਇੱਥੋਂ ਤੱਕ ਆਖਿਆ ਕਿ ਸਰਕਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ। ਪਰ ਉਹ ਕਹਿੰਦੇ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕੇਂਦਰ ਸਰਕਾਰ ਨੇ ਮੰਨ ਲਓ ਕਾਨੂੰਨ ਪਾਸ ਕਰ ਦਿੱਤੇ, ਸਾਡੇ ਨਾਲ ਮੀਟਿੰਗਾਂ ਦੇ ਵਿੱਚ ਬਿਜਲੀ ਸੋਧ ਬਿੱਲ ਕਹਿੰਦੇ ਸੀ ਕਿ ਲਿਆਵਾਂਗੇ ਨਹੀਂ, ਉਹ ਸੂਚੀਬੱਧ ਕਰ ਦਿੱਤਾ। ਇਹਦੇ ਤੋਂ ਇਲਾਵਾ ਜਿਹੜੇ ਕਿਸਾਨ ਮਰ ਗਏ, ਸ਼ਹੀਦੀਆਂ ਪ੍ਰਾਪਤ ਕਰ ਗਏ, ਬਿਮਾਰ ਹੋ ਗਏ, ਉਹ ਕਹਿੰਦੇ ਇੱਥੋਂ ਪਤਾ ਲੱਗਦਾ ਸਰਕਾਰ ਦੀ ਸੱਚਾਈ ਦਾ ਕਿ ਉਹ ਸੰਸਦ ਦੇ ਵਿੱਚ ਕਹਿੰਦੇ ਨੇ ਕਿ ਸਾਡੇ ਕੋਲ ਇਸ ਗੱਲ ਦਾ ਕੋਈ ਅੰਕੜਾ ਨਹੀਂ, ਕਹਿੰਦੇ ਸਾਡੇ ਸਭ ਕੁਝ ਨੋਟਿਸ ਦੇ ਵਿੱਚ ਹੈ। ਇਹ ਸੰਯੁਕਤ ਕਿਸਾਨ ਮੋਰਚਾ ਨੇ ਆਪਣੀਆਂ ਤਕਰੀਰਾਂ ਦੇ ਦੌਰਾਨ ਸ਼ਹੀਦ ਊਧਮ ਸਿੰਘ ਸੁਨਾਮ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਉਹਦੇ ਦੌਰਾਨ ਆਹ ਗੱਲਾਂ ਦਾ ਜ਼ਿਕਰ ਕੀਤਾ। ਤੇ ਅਗਲੀ ਕਹਾਣੀ ਵੀ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਖਬਰ ਹੈ। ਤੁਹਾਨੂੰ ਯਾਦ ਹੋਣਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ, ਉਹਦੇ ਵਿੱਚੋਂ ਕੁਝ ਇੱਕ ਲੋਕ ਦਿੱਲੀ ਦੇ ਲਾਲ ਕਿਲੇ ਤੇ ਚਲੇ ਗਏ ਤੇ ਉਹਨਾਂ ਦੇ ਖਿਲਾਫ ਮੁਕੱਦਮੇ ਵੀ ਦਰਜ ਹੋਏ। ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ, ਲਗਭਗ ਹੁਣ ਸਾਰਿਆਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਨੇ। ਕਾਲੇ ਕਾਨੂੰਨ ਨੇ ਜਿਨ੍ਹਾਂ ਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ, ਇਹਦੇ ਖਿਲਾਫ ਖਬਰ ਮਿਲ ਰਹੀ ਹੈ ਕਿ ਹਰਿਆਣਾ ਦੇ ਵਿੱਚ ਜੀਂਦ ਤੋਂ ਬਾਅਦ ਹਿਸਾਰ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਵਾਲੇ ਦਿਨ ਸ਼ਹਿਰ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਏਗਾ। ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਲੋਕਾਂ ਦੇ ਵੱਲੋਂ ਹਰਿਆਣਾ 'ਚ ਭਾਜਪਾ ਤੇ ਜਜਪਾ ਇਹਨਾਂ ਦੇ ਆਗੂਆਂ ਦਾ ਵਿਰੋਧ ਹੋਰ ਤੇਜ਼ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਆਖਿਆ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਆਉਣ, ਜੀ ਸੱਦ ਕੇ ਆਉਣ, ਸਵਾਗਤ ਕਰਾਂਗੇ, ਪਰ ਭਾਜਪਾ ਦਾ ਜਾਂ ਜਜਪਾ ਦਾ ਕੋਈ ਵੀ ਆਗੂ ਆ ਕੇ ਦਿਖਾਵੇ, ਤਿਰੰਗਾ ਲਹਿਰਾ ਕੇ ਦਿਖਾਵੇ, ਅਸੀਂ ਉਹਨਾਂ ਨੂੰ ਆਜ਼ਾਦੀ ਸਮਾਗਮਾਂ ਦੇ ਵਿੱਚ ਤਿਰੰਗਾ ਨਹੀਂ ਲਹਿਰਾਉਣ ਦਿਆਂਗੇ। ਕਿਸਾਨ ਆਗੂ ਸਤਵੀਰ ਪੂਨੀਆ ਅਤੇ ਨੈਣ ਹੋਰਾਂ ਨੇ ਆਖਿਆ ਕਿ ਆਜ਼ਾਦੀ ਦਿਹਾੜੇ ਤੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਦੇ ਵਿੱਚ ਸਾਰੇ ਟਰੈਕਟਰ ਤਿਰੰਗੇ ਅਤੇ ਕਿਸਾਨੀ ਝੰਡੇ ਨਾਲ ਸਜਾਏ ਜਾਣਗੇ। ਟਰੈਕਟਰ ਮਾਰਚ ਸ਼ਹਿਰ ਦੇ ਵੱਖੋ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਮਿੰਨੀ ਸਕੱਤਰੇਤ ਦੇ ਅੱਗੇ ਜਾ ਕੇ ਖਤਮ ਕਰ ਦਿੱਤਾ ਜਾਏਗਾ, ਪਰ ਹੋਵੇਗਾ ਸ਼ਾਂਤੀਪੂਰਵਕ। ਤੇ ਅਗਲੀ ਜਿਹੜੀ ਖਬਰ ਹੈ, ਵੱਡੀ ਖਬਰ ਹੈ, ਮੁੱਖ ਮੰਤਰੀ ਅਤੇ ਕੁਝ ਹੋਰ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ। ਇਹਦਾ ਕਾਰਨ ਕੀ ਹੈ? ਮਿਜ਼ੋਰਮ ਪੁਲਿਸ ਨੇ ਕੋਲਾਸਿਬ ਜ਼ਿਲ੍ਹੇ ਦੇ ਬਾਹਰੀ ਹਿੱਸੇ ਦੇ ਵਿੱਚ ਇੱਕ ਹਿੰਸਾ ਹੋਈ ਸੀ। ਉਸ ਹਿੰਸਾ ਦੇ ਮਾਮਲੇ ਵਿੱਚ ਆਸਾਮ ਦੇ ਮੁੱਖ ਮੰਤਰੀ ਨੇ ਹਿੰਮਤ ਵਿਸ਼ਵਾ ਸ਼ਰਮਾ ਅਤੇ ਸੂਬਾਈ ਪੁਲਿਸ ਦੇ 4 ਸੀਨੀਅਰ ਅਧਿਕਾਰੀ ਅਤੇ ਕੁਝ ਹੋਰ ਅਧਿਕਾਰੀਆਂ ਦੇ ਖਿਲਾਫ ਅਪਰਾਧਕ ਕੇਸ ਦਰਜ ਕਰ ਦਿੱਤੇ ਹੈ। ਦੂਸਰੇ ਪਾਸੇ ਆਸਾਮ ਦੇ ਮੁੱਖ ਮੰਤਰੀ ਨੇ ਇਹਨਾਂ ਦਰਜ ਕੇਸਾਂ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਇਹ ਘਟਨਾ ਆਸਾਮ ਦੇ ਸੰਵਿਧਾਨਕ ਖੇਤਰ ਵਿੱਚ ਹੋਈ ਤਾਂ ਮਿਜ਼ੋਰਮ ਦੇ ਵਿੱਚ FIR ਦਰਜ ਕਿਵੇਂ ਕਰ ਦਿੱਤੀ ਗਈ। ਹਾਲਾਂਕਿ ਕਹਿੰਦੇ ਮੈਂ ਜਾਂਚ ਵਿੱਚ ਸ਼ਾਮਲ ਹੋਵਾਂਗਾ, ਜਾਂਚ ਵਾਸਤੇ ਸੱਦਿਆ ਜਾਵੇਗਾ ਤਾਂ ਮੈਂ ਉਹਦੇ ਵਿੱਚੋਂ ਭਰੋਸਾ ਦੇ ਰਹੇ ਨੇ ਕਿ ਹਾਂ ਮੈਂ ਜਾਂਚ ਪੜਤਾਲ ਦੇ ਵਿੱਚ ਬਿਲਕੁਲ ਸਹਿਯੋਗ ਕਰਾਂਗਾ। ਪਰ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲਾ ਕਿਸੇ ਆਜ਼ਾਦ ਏਜੰਸੀ ਦੇ ਹਵਾਲੇ ਕਿਉਂ ਨਹੀਂ ਕੀਤਾ ਜਾ ਰਿਹਾ। ਉਹਨਾਂ ਮਿਜ਼ੋਰਮ ਦੇ ਮੁੱਖ ਮੰਤਰੀ ਨਾਲ ਵੀ ਇਸ ਮੁੱਦੇ ਤੇ ਗੱਲਬਾਤ ਕੀਤੀ ਹੈ ਤੇ ਦਰਜ ਕੀਤੇ ਕੇਸ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਆਫ ਪੁਲਿਸ ਉਹਨਾਂ ਨੇ ਦੱਸਿਆ ਕਿ ਇਹਨਾਂ ਲੋਕਾਂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼, ਅਪਰਾਧ ਦੀ ਸਾਜ਼ਿਸ਼ ਸਮੇਤ ਕਈ ਧਾਰਾਵਾਂ ਦੇ ਕੇਸ ਮੁਕੱਦਮਾ ਦਰਜ ਕਰ ਲਿਆ ਗਿਆ।
ਉਹਨਾਂ ਦੱਸਿਆ ਕਿ ਅਸਾਮ ਪੁਲਿਸ ਤੇ 200 ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਦੂਸਰੇ ਪਾਸੇ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਾਥਾਂਗਾ ਨੇ ਕਿਹਾ ਕਿ ਪੂਰਬ ਉੱਤਰੀ ਭਾਰਤ ਹਮੇਸ਼ਾ ਇੱਕ ਸੀ, ਇੱਕ ਰਹੇਗਾ। ਜ਼ੋਰਾਮਥਾਂਗਾ ਨੇ ਆਪਣੀ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਨੂੰ ਟਵਿੱਟਰ ਤੇ ਸਾਂਝਾ ਕੀਤਾ ਹੈ। ਉਹਨਾਂ ਲਿਖਿਆ ਕਿ ਅਸਾਮ ਦੇ ਕਚਾਰ ਜ਼ਿਲ੍ਹੇ ਵਿੱਚ ਲੱਗਦੀ ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਵਿੱਚ ਸੂਬੇ ਤੋਂ ਬਾਹਰਲੇ ਲੋਕਾਂ ਦੀ ਆਵਾਜਾਈ ਤੇ ਕੋਈ ਪਾਬੰਦੀ ਨਹੀਂ ਹੋਏਗੀ। ਉਹਨਾਂ ਟਵੀਟ ਕੀਤਾ ਕਿ ਪੂਰਬ ਉੱਤਰੀ ਭਾਰਤ ਹਮੇਸ਼ਾ ਇੱਕ ਸੀ ਤੇ ਇੱਕ ਰਹੇਗਾ। ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉੱਤਰ ਪੂਰਬੀ ਸੂਬਿਆਂ ਵਿੱਚ ਚੱਲ ਰਹੇ ਸਰਹੱਦੀ ਵਿਵਾਦਾਂ ਦੇ ਦਰਮਿਆਨ ਅਸਾਮ ਨੇ ਨਾਗਾਲੈਂਡ ਦੇ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਦੋਵਾਂ ਤਣਾਅ ਵਾਲੀਆਂ ਥਾਵਾਂ ਤੋਂ 24 ਘੰਟਿਆਂ ਦੇ ਅੰਦਰ ਅੰਦਰ ਦੋਵੇਂ ਸੁਰੱਖਿਆ ਦਸਤੇ ਆਪੋ ਆਪਣੇ ਸੂਬੇ ਦੇ ਵਿੱਚ ਵਾਪਸ ਸੱਦ ਲਏ ਜਾਣਗੇ। ਸਮਝੌਤੇ ਤੇ ਅਸਾਮ ਦੇ ਮੁੱਖ ਸਕੱਤਰਾਂ ਦੇ ਵਿਚਕਾਰ ਮੀਟਿੰਗ ਹੋਈ ਤੇ ਦਸਤਖਤ ਕਰ ਦਿੱਤੇ ਗਏ। ਦੋਵਾਂ ਧਿਰਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਹੈ ਕਿ ਦੋਵਾਂ ਸੂਬਿਆਂ ਦੇ ਵਿਚਕਾਰ ਸ਼ਾਂਤੀ ਬਣਾ ਕੇ ਰੱਖਣ ਲਈ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸੇ ਦਰਮਿਆਨ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਨੇ ਦੋਵਾਂ ਸੂਬਿਆਂ ਵਿਚਾਲੇ ਸ਼ਾਂਤਮਈ ਸਬੰਧ ਯਕੀਨੀ ਬਣਾਉਣ ਲਈ ਸਰਹੱਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਲਈ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਅੰਤਰਰਾਜੀ ਸਰਹੱਦ ਤੇ ਸਾਂਝੀ ਗਸ਼ਤ ਚਲਾਉਣ ਦਾ ਇੱਕ ਫੈਸਲਾ ਵੀ ਕੀਤਾ ਹੈ। ਇਹਨਾਂ ਕੁਝ ਕੁ ਹਿੰਸਕ ਘਟਨਾਵਾਂ ਜਿਹੜੀਆਂ ਬੀਤੇ ਦਿਨੀ ਹੋਈਆਂ ਸੀ, ਗੋਲੀਬਾਰੀ ਹੋਈ ਸੀ, ਉਹਦੇ ਕਾਰਨ ਮੁੱਖ ਮੰਤਰੀ ਅਤੇ ਕੁਝ ਹੋਰਨਾਂ ਅਧਿਕਾਰੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰ ਹੁਣ ਤੁਹਾਨੂੰ ਲੈ ਚੱਲਦੇ ਹਾਂ ਬਹਿਬਲ ਕਲਾਂ ਵਾਲੇ ਕਾਂਡ ਦੇ ਨਾਲ ਸੰਬੰਧਿਤ ਬੇਅਦਬੀ ਹੋਈ, ਬੇਇਨਸਾਫੀ ਆਖ ਸਕਦਾ ਕਿ ਜਿਹੜੀ ਹੋ ਰਹੀ ਹੈ, ਅਜੇ ਤੱਕ ਇਨਸਾਫ ਨਹੀਂ ਮਿਲਿਆ। ਖਬਰ ਮਿਲ ਰਹੀ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ, ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਅਤੇ ਅਜੀਤ ਸਿੰਘ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਪੀੜਤ ਪਰਿਵਾਰਾਂ ਨੇ ਆਖਿਆ ਕਿ ਚੋਣਾਂ ਨੇੜੇ ਆ ਰਹੀਆਂ ਨੇ, ਚੋਣਾਂ ਨੇੜੇ ਆਉਣ ਦੇ ਕਾਰਨ ਸਿਆਸੀ ਧਿਰਾਂ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਮ ਤੇ ਸਿਰਫ ਹੋਰ ਕੁਝ ਨਹੀਂ ਕਰ ਰਹੀਆਂ, ਰਾਜਨੀਤੀ ਕਰ ਰਹੀਆਂ ਨੇ, ਰੋਟੀਆਂ ਸੇਕ ਰਹੀਆਂ ਨੇ, ਜਿਸ ਕਰਕੇ ਕਹਿੰਦੇ ਅਸੀਂ ਵਿਰੋਧ ਕਰ ਰਹੇ ਹਾਂ ਤੇ ਇਹਦਾ ਵਿਰੋਧ ਕੀਤਾ ਵੀ ਜਾਵੇਗਾ। ਸੁਖਰਾਜ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ, ਕਹਿੰਦੇ ਸਿੱਧੂ ਸਾਹਿਬ ਨੇ ਪਹਿਲਾਂ ਤਾਂ ਸਰਕਾਰ ਦੇ ਖਿਲਾਫ ਬੇਅਦਬੀ ਸੰਬੰਧੀ ਬੜੇ ਟਵੀਟ ਵੀ ਕੀਤੇ, ਫੇਸਬੁੱਕ ਦੇ ਉੱਤੇ ਵੀ ਵੱਡੀਆਂ ਗੱਲਾਂ ਕੀਤੀਆਂ, ਪਰ ਜਿਸ ਦਿਨ ਤੋਂ ਹਾਈ ਕਮਾਨ ਨੇ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਉਸ ਦਿਨ ਤੋਂ ਇਸ ਮਾਮਲੇ ਤੇ ਚੁੱਪ ਜਿਹੀ ਹੋ ਗਿਆ। ਉਹਨਾਂ ਦੋਸ਼ ਲਗਾਇਆ ਕਿ ਸਿੱਧੂ ਨੇ ਬੇਅਦਬੀ ਦੇ ਮੁੱਦੇ ਨੂੰ ਵਰਤਿਆ, ਇਸ ਮੁੱਦੇ ਨੂੰ ਵਰਤ ਕੇ ਪ੍ਰਧਾਨਗੀ ਹਾਸਲ ਕਰ ਲਈ ਹੈ। ਤੇ ਮੈਂ ਇਹਦੇ ਤੇ ਟਿੱਪਣੀ ਹੋਰ ਕਰਨੀ ਚਾਹੁੰਦਾ ਕਿ ਇਸੇ ਹੀ ਮੁੱਦੇ ਨੂੰ ਵਰਤ ਕੇ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਰਕਾਰ ਵੀ ਬਣਾਈ ਸੀ। ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਆਖ ਚੁੱਕੇ ਹੈ ਕਿ ਪੰਜਾਬ ਦੀ ਸੱਤਾ ਇਸ ਵਕਤ ਕੋਟ ਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਦੀ ਹੋ ਕੇ ਗੁਜ਼ਰੇਗੀ, ਦਰਵਾਜ਼ਾ ਇੱਥੋਂ ਦੀ ਲੰਘਣਾ ਹੈ। ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਕਈ ਜਾਂਚ ਕਮੇਟੀਆਂ ਬਣੀਆਂ, ਸਿੱਟਾਂ ਬਣੀਆਂ, ਪਰ ਸਿੱਟਾ ਕੋਈ ਨਹੀਂ ਨਿਕਲਿਆ। ਜਾਂਚ ਕਮੇਟੀਆਂ ਵੱਲੋਂ ਨਾਮਜ਼ਦ ਕੀਤੇ ਗਏ ਸਾਰੇ ਪੁਲਿਸ ਅਧਿਕਾਰੀਆਂ ਨੂੰ ਵਾਰੀ-ਵਾਰੀ ਕਰਕੇ ਕੇਸ ਦੇ ਵਿੱਚੋਂ, ਜਾਂਚ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਪੀੜਤ ਪਰਿਵਾਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰੀ ਫਿਰ ਮੰਗ ਕੀਤੀ ਹੈ ਕਿ ਇਸ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਨਾਮਜ਼ਦ ਕੀਤਾ ਜਾਵੇ। ਕੇਸ ਦੀ ਜਾਂਚ ਦੌਰਾਨ ਬਾਹਰ ਕੀਤੇ ਗਏ ਪੁਲਿਸ ਅਧਿਕਾਰੀਆਂ ਤੋਂ ਮੁੜ ਪੁੱਛਗਿੱਛ ਕੀਤੀ ਜਾਵੇ। ਹੁਣ ਵੇਖਾਂਗੇ ਕਿ ਮਹੀਨੇ ਦਰਅਸਲ ਕੰਮ ਕਰਨ ਦੇ ਸਰਕਾਰ ਦੇ 3.5 ਰਹਿੰਦੇ ਹੈ। ਕੀ ਇਹਨਾਂ 3.5 ਮਹੀਨਿਆਂ ਦੇ ਵਿੱਚ ਕੋਈ ਕੰਮ ਕਰਦੇ ਆ ਜਾਂ ਫਿਰ ਗੋਂਗਲੂਆਂ ਤੋਂ ਮਿੱਟੀ ਝਾੜਦੇ ਆ? ਸ਼ਾਇਦ ਤੁਹਾਨੂੰ ਵੀ ਯਾਦ ਹੋਵੇ ਜਿਸ ਦਿਨ ਉਹਨਾਂ ਨੇ ਅਹੁਦਾ ਸੰਭਾਲਿਆ ਸੀ, ਮੈਂ ਉਸ ਦਿਨ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਚੰਗਾ ਹੋਵੇ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਉਹ ਕਿਸੇ ਕਾਂਗਰਸੀ ਵੱਡੇ ਜਾਂ ਛੋਟੇ ਲੀਡਰ ਦੇ ਘਰ 'ਚ ਨਾ ਦਿਖਣ, ਉਹ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਦਿਖਣ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਦਿਨੀ ਜਦੋਂ ਸਿੱਟ ਖਾਰਜ ਕਰ ਦਿੱਤੀ ਗਈ ਸੀ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਵਾਲੀ, ਉਹਦੀ ਰਿਪੋਰਟ ਖਾਰਜ ਕਰ ਦਿੱਤੀ ਸੀ, ਬੁਰਜ ਜਵਾਹਰ ਸਿੰਘ ਵਾਲਾ ਵਿੱਚ ਜਾ ਕੇ ਖੜੇ ਹੋਏ ਸੀ। ਨਾ ਪ੍ਰਸ਼ਾਸਨ ਨੂੰ ਪਤਾ ਸੀ, ਨਾ ਕਿਸੇ ਕਾਂਗਰਸੀ ਆਗੂ ਨੂੰ ਪਤਾ ਸੀ ਕਿ ਨਵਜੋਤ ਸਿੰਘ ਸਿੱਧੂ ਉਸ ਇਲਾਕੇ ਵਿੱਚ ਜਾ ਰਹੇ ਨੇ, ਉੱਥੇ ਦੌਰਾ ਕਰ ਰਹੇ ਹੈ। ਪਰ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਬੁਰਜ ਜਵਾਹਰ ਸਿੰਘ ਵਾਲਾ ਭੁੱਲ ਗਿਆ, ਕਿਤੇ ਕੋਟਕਪੂਰਾ ਭੁੱਲ ਗਿਆ, ਕਿਤੇ ਬਹਿਬਲ ਕਲਾਂ ਭੁੱਲ ਗਿਆ ਕਿ ਕਿੱਥੇ ਕੁ ਪੈਂਦਾ, ਵੇਖਦੇ ਹਾਂ। ਪਰ ਮੈਂ ਇੱਕ ਜ਼ਿਕਰ ਕਰਨਾ ਚਾਹੁੰਦਾ, ਜਿਹੜੇ 5 ਨੁਕਤੇ ਦੇ ਕੇ ਆਇਆ ਬੀਤੇ ਦਿਨੀ ਉਹ ਕਪਤਾਨ ਅਮਰਿੰਦਰ ਸਿੰਘ ਹੋਰਾਂ ਨੂੰ, ਉਹ 5 ਦੇ ਵਿੱਚੋਂ ਸਭ ਤੋਂ ਅਹਿਮ ਵੱਡਾ ਮੁੱਦਾ ਉਹਨਾਂ ਨੇ ਇਹ ਬਣਾ ਕੇ ਪੇਸ਼ ਕੀਤਾ ਸੀ ਕਿ ਸਾਨੂੰ ਆ ਜਿਹੜੀਆਂ ਬੇਅਦਬੀਆਂ ਹੋਈਆਂ ਨੇ
ਇਹਨਾਂ ਦਾ ਇਨਸਾਫ ਲੋਕਾਂ ਨੂੰ ਦੇਣਾ ਪਊ, ਪੀੜਤਾਂ ਨੂੰ ਦੇਣਾ ਪਊ। ਇਹ ਤਾਂ ਦੋ ਸ਼ਹੀਦੀਆਂ ਹੋਈਆਂ ਨੇ, ਇਹ ਤਾਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੁੱਖ ਹੈ, ਹਿਰਦੇ ਵਲੂੰਦਰੇ ਹੋਏ ਹੈ ਕਿ ਇਨਸਾਫ ਮਿਲਣਾ ਚਾਹੀਦਾ। ਅਗਲੀ ਖਬਰ ਫਿਰ ਕਿਸਾਨ ਅੰਦੋਲਨ ਦੇ ਨਾਲ ਹੈ। ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ, ਸਰਕਾਰ ਕੋਲ ਭਾਵੇਂ ਅੰਕੜਾ ਕੋਈ ਨਹੀਂ, ਨਿੰਦਣਯੋਗ ਗੱਲ ਹੈ। 8 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ ਸੰਘਰਸ਼ ਕਰ ਰਿਹਾ। ਅੰਦੋਲਨ ਦੇ ਵਿੱਚ ਖਬਰ ਮਿਲ ਰਹੀ ਹੈ ਕਿ ਸੇਵਾ ਨਿਭਾ ਰਹੇ ਦੇਵੀਗੜ੍ਹ ਦੇ ਨੇੜਲੇ ਪਿੰਡ ਬਿੰਜਲ ਦੇ ਕਿਸਾਨ ਸੁਖਬੀਰ ਸਿੰਘ, ਜਿਨ੍ਹਾਂ ਦੀ ਉਮਰ ਤਕਰੀਬਨ 35 ਕੁ ਵਰ੍ਹੇ ਸੀ, ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ। ਸੁਖਬੀਰ ਦੇ 2 ਬੱਚੇ ਸੀ। ਕਿਸਾਨ ਪਰਿਵਾਰ ਦਾ ਉਹ ਇਕਲੌਤਾ ਕਮਾਊ ਮੈਂਬਰ ਸੀ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ, ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸਮੁੱਚਾ ਕਰਜ਼ਾ ਵੀ ਮੁਆਫ ਕੀਤਾ ਜਾਵੇ। ਇਹ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ। ਸੋ ਇਹ ਸੀ ਦੋਸਤੋ ਆਪਣਾ ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ, ਜਾਣਕਾਰੀਆਂ ਪੁਖਤਾ ਲੱਗੀਆਂ ਨੇ, ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।